ਸਿੱਖਾਂ ਦੇ ਹਕੂਕ ਦੀ ਕਹਾਣੀ ਜਥੇਦਾਰ ਹਮਲਾਵਰ ਕਿਸ ਜਗ੍ਹਾ ਛੁਪਦੇ ਸੀਗੇ। ਦਿਲ ਖਾਲਸਾ ਕੀ ਸੀਗਾ। ਸਰਬਸਤਾ ਖਾਲਸਾ ਤੋਂ ਗੁਰੂ ਮਾਤਾ ਦੀ ਤਹਿਰੀਕ ਤੱਕ ਦੀ ਕਹਾਣੀ। ਜਥੇਦਾਰ ਸਿੱਖ ਮਿਸਲਾਂ ਵਿੱਚ ਕਿਵੇਂ ਤਬਦੀਲ ਹੋਏ। ਰਾਜਾ ਰਣਜੀਤ ਸਿੰਘ ਨੂੰ ਹਕੂਮਤ ਤੇ ਅਰੂਜ ਕਿਵੇਂ ਮਿਲਿਆ। ਇਹ ਸਾਰੀਆਂ ਗੱਲਾਂ ਅਸੀਂ ਆਉਣ ਵਾਲੀਆਂ ਗੱਲਾਂ ਬਾਤਾਂ ਵਿੱਚ ਕਰਾਂਗੇ ਤੇ ਦੇਖਦੇ ਰਹੋ ਵਾਰ। ਇਹ ਮਿਸਲਾਂ ਜਾਂ ਮਿਸਰ ਜਿਹਨੂੰ ਕਹਿੰਦੇ ਸੀ, ਇਹ ਇੱਕ ਫਾਰਸੀ ਜ਼ੁਬਾਨ ਤੋਂ ਲਿਆ ਗਿਆ ਮਿਸਾਲ ਦੇ ਤੌਰ ਤੋਂ ਮਿਸਰ ਸੀ। ਇਹਨੂੰ ਮਿਸਰ ਵੀ ਕਹਿੰਦੇ ਸੀ, ਮਿਸਰ ਵੀ ਕਹਿੰਦੇ ਸੀ। ਕੋਈ ਇੱਕ ਇਲਾਕੇ ਦੇ ਜਥੇਦਾਰ ਜਾਂ ਲੁੱਕ ਕੇ ਹਮਲਾ ਕਰਨ ਵਾਲੇ ਨੂੰ ਇੱਕ ਮਿਸਲ ਦਾ ਨਾਂ ਦਿੱਤਾ ਗਿਆ ਸੀ। ਕੁਝ ਹਵਾਲੇ ਦੱਸਦੇ ਨੇ ਤਾਰੀਖ ਦੇ ਕਿ ਇਹ 12 ਸੀ ਤੇ ਜ਼ਿਆਦਾਤਰ ਇਹਨਾਂ ਨੂੰ 11 ਲਿਖਦੇ ਨੇ। ਅੱਜ ਦੀ ਗੱਲਬਾਤ 'ਚ ਅਸੀਂ ਸਾਰੀਆਂ ਗੱਲਾਂ ਇਹਨਾਂ ਸਿੱਖਾਂ ਜਥੇਦਾਰਾਂ ਦੇ ਉੱਤੇ ਕਰਾਂਗੇ। ਇਹ ਜਥੇ ਬਣਾ ਕੇ ਕਿਉਂ ਲੜਨ ਤੇ ਮਜਬੂਰ ਹੋਏ, ਇਹਦੇ ਪਿੱਛੇ ਕੀ ਕਹਾਣੀ ਸੀ, ਉਹ ਕਿਹੜੇ ਐਸੇ ਵਾਕਿਆ ਸੀ ਜਿਨ੍ਹਾਂ ਦੀ ਵਜ੍ਹਾ ਤੋਂ ਇਹਨਾਂ ਨੂੰ ਜਥੇਦਾਰ ਫੌਜ ਦਾ ਨਾਂ ਦਿੱਤਾ ਗਿਆ। ਔਰ ਉਸ ਵਕਤ ਇਹ ਜਥੇ 2 ਕਿਸਮ ਦੇ ਸੀਗੇ। ਉਹ ਕਿਹੜੇ ਕਿਸਮ ਦੇ ਸੀ, ਫਿਰ ਇਹਨਾਂ ਦਾ ਜਿਹੜਾ ਇੱਕ ਮੁਸ਼ਤਰਕਾ ਜਥਾ ਬਣਿਆ ਤੇ ਉਹਦਾ ਕੀ ਨਾਮ ਰੱਖਿਆ ਗਿਆ। ਸ਼ੁਰੂ ਦੇ ਵੇਲੇ ਬਾਦਸ਼ਾਹ ਸ਼ਾਹਜਹਾਂ ਦੇ ਦੌਰ ਦੇ ਵਕਤ ਲਾਹੌਰ ਦਾ ਉਸ ਵਕਤ ਦਾ ਜਿਹੜਾ ਸੂਬੇਦਾਰ ਸੀਗਾ ਉਹ ਸਿੱਖਾਂ ਦੇ ਉੱਤੇ ਬੜਾ ਜ਼ੁਲਮ ਕਰਦਾ ਸੀ। ਲਾਹੌਰ ਦੇ ਸੂਬੇਦਾਰ ਅਬਦੁਲ ਸਮਦ ਖਾਨ ਦੀ ਵਫਾਤ ਤੋਂ ਬਾਅਦ ਉਹਦਾ ਪੁੱਤਰ ਜਿਹੜਾ ਨਾਂ ਜ਼ਿਕਰੀਆ ਖਾਨ ਸੀ, ਉਹ ਲਾਹੌਰ ਦਾ ਨਵਾਂ ਸੂਬੇਦਾਰ ਬਣਿਆ ਮੁਗਲ ਹਕੂਮਤ ਵੱਲੋਂ। ਤੇ ਉਹਨੇ ਸਿੱਖਾਂ ਦੇ ਉੱਤੇ ਉਸ ਵਕਤ ਜਿਹੜੇ ਜ਼ੁਲਮ ਕੀਤੇ ਉਹਦੀਆਂ ਕਹਾਣੀਆਂ ਪੂਰੀ ਤਾਰੀਖ ਦੇ ਵਿੱਚ ਪੜ੍ਹੀਆਂ ਤੇ ਸੁਣੀਆਂ ਜਾਂਦੀਆਂ ਨੇ। ਸਿੱਖਾਂ ਦੇ ਉਸ ਵਕਤ ਦੇ ਜਿਹੜੇ ਜਗੀਰਦਾਰ ਤੇ ਉਹਨਾਂ ਦੇ ਮਜ਼ਹਬੀ ਗੁਰੂ ਸੀ, ਉਹਨਾਂ ਨੇ ਮਿਲ ਕੇ ਮੁਖਤਲਿਫ ਛੋਟੇ ਜਥੇ ਬਣਾ ਛੱਡੇ ਜਿਨ੍ਹਾਂ ਦਾ ਮਕਸਦ ਸਿੱਖਾਂ ਦੇ ਹਕੂਕ ਵਾਸਤੇ ਮੁਗਲਾਂ ਦੇ ਨਾਲ ਲੜਨਾ ਸੀ। ਔਰ ਇਹ ਲੜਨ ਵਾਲੇ ਜਿਹੜੇ ਜਥੇ ਸੀਗੇ ਇਹ ਖੁਫੀਆ ਤੌਰ 'ਤੇ ਲੜਦੇ ਸੀ। ਇਹਨਾਂ ਨੂੰ ਕੋਈ ਵੀ ਬੰਦਾ ਪੁਸ਼ਤ ਪਰਾਈ ਨਹੀਂ ਸੀ ਕਰਦਾ। ਸਿੱਖਾਂ ਦੇ ਇਸ ਇਕੱਠ ਦੇ ਨਾਲ ਜਿਹੜੀ ਫੌਜ ਬਣੀ, ਉਹ ਫੌਜ ਜਿਹੜੀ ਸੀ ਉਹ ਲੁੱਕ ਛੁਪ ਕੇ ਉਸ ਵਕਤ ਮੁਗਲਾਂ ਉੱਤੇ ਤੇ ਦੂਸਰੇ ਬੰਨੇ ਅਫਗਾਨ ਹੁਕਮਰਾਨਾਂ ਉੱਤੇ ਹਮਲਾਵਰ ਹੁੰਦੇ ਤੇ ਫਿਰ ਵਾਪਸ ਜੰਗਲਾਂ 'ਚ ਲੁੱਕ ਜਾਂਦੇ। ਇਹਨਾਂ ਸਿੱਖਾਂ ਦੇ ਗਰੋਹਾਂ ਨੂੰ ਉਸ ਵਕਤ ਸਿੱਖਾਂ ਦੇ ਗੁਰੂਆਂ ਦੀ ਸਪੋਰਟ ਸੀ। ਉਹਨਾਂ ਨੇ ਇਹਨਾਂ ਨੂੰ ਮਜ਼ਹਬੀ ਰੰਗ ਦੇ ਰੱਖਿਆ ਸੀ ਤੇ ਇਹਨਾਂ ਦਾ ਨਾਮ ਦਿਲ ਖਾਲਸਾ ਫੌਜ ਦੇ ਨਾਲ ਤੋਂ ਰੱਖ ਛੱਡਿਆ। ਇਹ ਦਿਲ ਖਾਲਸਾ ਫੌਜ 1735 ਤੋਂ 1733 ਦੇ ਦਰਮਿਆਨ ਵਜੂਦ 'ਚ ਆਈ, ਜਿਹਨੂੰ ਉਸ ਵਕਤ ਦੇ ਨਵਾਬ ਖੁਫੀਆ ਸਪੋਰਟ ਕਰਦੇ ਸੀ, ਜਦ ਕਿ ਸਿੱਖਾਂ ਦੇ ਜਿਹੜੇ ਉਸ ਵਕਤ ਮਜ਼ਹਬੀ ਗੁਰੂ ਸੀਗੇ, ਗੁਰੂਆਂ ਦੇ ਚੇਲੇ ਸੀਗੇ, ਉਹ ਇਹਨਾਂ ਨੂੰ ਆਮ ਸਪੋਰਟ ਕਰਦੇ ਸੀ। ਇਹ ਜਿਹੜਾ ਦਿਲ ਖਾਲਸਾ ਫੌਜ ਦਾ ਦਸਤਾ ਸੀ, ਇਹ 2 ਕਿਸਮ ਦੇ ਗਰੋਹਾਂ 'ਚ ਤਕਸੀਮ ਸੀਗਾ। ਇੱਕ ਜਵਾਨ ਗਰੁੱਪ ਸੀਗਾ ਤੇ ਦੂਸਰਾ ਬੁੱਢਾ ਗਰੁੱਪ ਸੀਗਾ। ਜਵਾਨ ਗਰੁੱਪ ਨੂੰ ਤਰਵਾਨਾ ਦਿਲ ਕਿਹਾ ਜਾਂਦਾ ਸੀ, ਜਦ ਕਿ ਦੂਸਰੇ ਨੂੰ ਬੁੱਢਾ ਦਿਲ ਕਿਹਾ ਜਾਂਦਾ ਸੀ। ਯਾਨੀ ਕਿ ਇੱਕ ਬੁੱਢਿਆਂ ਦੀ ਫੌਜ ਸੀ ਤੇ ਇੱਕ ਜਵਾਨਾਂ ਦੀ ਫੌਜ ਸੀ। ਇਹ ਇਸੇ ਤਰ੍ਹਾਂ ਆਪਣੇ ਹਮਲੇ ਛੁਪ ਛੁਪਾ ਕੇ ਕਰਦੇ ਰਹੇ। ਇਸ ਹਮਲਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਉਸ ਵਕਤ ਪਹਾੜੀ ਸਿੱਖਾਂ ਦੀਆਂ ਰਿਆਸਤਾਂ ਦਾ ਮੁਗਲਾਂ ਦੀ ਹਕੂਮਤ ਦੇ ਨਾਲ ਜੰਗਾਂ ਹੁੰਦੀਆਂ ਰਹੀਆਂ, ਜਿਨ੍ਹਾਂ ਦੇ ਵਿੱਚ ਸ਼ਿਮਲਾ ਦੀ ਪਹਾੜੀ ਦੇ ਉੱਤੇ ਇਹਨਾਂ ਦੀ ਜੰਗ ਹੋਈ। ਉਸ ਤੋਂ ਬਾਅਦ ਗੁਰਦਾਸਪੁਰ ਦੇ ਉੱਤੇ ਬੰਦੇ ਸਿੰਘ ਬਹਾਦਰ ਦਾ ਇੱਕ ਦੰਗਲ ਹੋਇਆ, ਜਿਸ 'ਚ ਮੁਗਲਾਂ ਦੇ ਖਿਲਾਫ ਸਿੱਖਾਂ ਨੇ ਆਪਣਾ ਪੂਰੇ ਜ਼ੋਰ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ। ਇਹ ਜਥੇ ਜਿਹਨੂੰ ਹਮਲਾ ਕਰਦੇ ਤੇ ਫਿਰ ਜੰਗਲਾਂ ਵਿੱਚ ਛੁਪ ਜਾਂਦੇ ਤੇ ਇਸੇ ਤਰ੍ਹਾਂ ਇਹ ਚੱਲਦੇ 1748 ਦਾ ਟਾਈਮ ਆ ਗਿਆ ਤੇ ਅੰਮ੍ਰਿਤਸਰ ਦੇ ਅੰਦਰ ਵਿਸਾਖੀ ਜਾਂ ਦੀਵਾਲੀ ਦੇ ਦੌਰਾਨ ਸਿੱਖਾਂ ਦੇ ਗੁਰਦੁਆਰਿਆਂ ਦੇ ਉੱਤੇ ਹੋਣ ਵਾਲੇ ਇੱਕ ਇਜਲਾਸ 'ਚ ਸਰਬਸਤਾ ਖਾਲਸਾ ਦੇ ਨਾਮ ਤੋਂ ਇੱਕ ਇਜਲਾਸ ਹੋਇਆ। ਇਸ ਇਜਲਾਸ 'ਚ ਇੱਕ ਗੁਰੂ ਮਾਤਾ ਯਾਨੀ ਕਿ ਉਹਨਾਂ ਨੇ ਆਪਣੇ ਸਿੱਖਾਂ ਦੇ ਹਵਾਲੇ ਨਾਲ ਇੱਕ ਅਹਿਦ ਕੀਤਾ ਕਿ ਅਸੀਂ ਵੱਖੋ ਵੱਖ ਹੋ ਕੇ ਲੜਨ ਦੀ ਬਜਾਏ ਇਕਜੁੱਟ ਹੋ ਕੇ ਲੜੀਏ। ਇਸ ਇਕਜੁੱਟ ਹੋ ਕੇ ਲੜਨ ਦੇ ਉੱਤੇ ਜਿਹੜੇ ਜਥੇ ਸੀਗੇ ਉਹ 11 ਮੁਖਤਲਿਫ
ਹਲਕਿਆਂ 'ਚ ਵੰਡੇ ਗਏ ਔਰ ਇਹਨੂੰ ਮੁਨਜ਼ਮ ਕਰਦੇ ਹੋਏ ਇਹਦਾ ਨਾਮ ਦਿਲ ਖਾਲਸਾ ਜੀ ਰੱਖ ਦਿੱਤਾ ਗਿਆ। ਔਰ ਇਹ 11 ਮਿਸਲਾਂ ਜਿਹੜੀਆਂ ਕਿ ਬਾਅਦ 'ਚੋਂ 12 ਮਿਸਲਾਂ ਵੀ ਕਹਾਈਆਂ 1748 ਤੱਕ ਇਹ ਮੁਨਜ਼ਮ ਹੋ ਕੇ ਉਸ ਵਕਤ ਦੇ ਹੁਕਮਰਾਨਾਂ ਦੇ ਖਿਲਾਫ ਲੜਦੇ ਰਹੇ। ਸਿੱਖਾਂ ਦਾ ਇਹ ਇਤਿਹਾਸ ਸਿਰਫ 2 ਵਰ੍ਹਿਆਂ ਤੱਕ ਚੱਲ ਸਕਿਆ। ਉਸ ਤੋਂ ਬਾਅਦ ਆਪਸ ਦੀ ਫੂਟ ਦੀ ਵਜ੍ਹਾ ਤੋਂ, ਆਪਸ ਦੇ ਇਖਤਲਾਫ ਦੀ ਵਜ੍ਹਾ ਤੋਂ ਇਹ ਵੱਖੋ ਵੱਖ ਹੋ ਗਏ। ਮਿਸਲਾਂ ਦਾ ਜਿਵੇਂ ਤੁਹਾਨੂੰ ਦੱਸ ਚੁੱਕਿਆ ਹੈ ਕਿ ਇੱਕ ਮਿਸਲ ਦਾ ਇੱਕ ਸਰਦਾਰ ਹੁੰਦਾ ਸੀ ਜਿਹਨੂੰ ਮਸਲਦਾਰ ਕਿਹਾ ਜਾਂਦਾ ਸੀ। ਉਹ ਆਪਣੀ ਫੌਜ ਦੇ ਹਵਾਲੇ ਨਾਲ ਜਵਾਬਦੇਹ ਹੁੰਦਾ ਸੀ ਔਰ ਇਹਨਾਂ ਦਾ ਕੰਮ ਹੁੰਦਾ ਸੀ ਉਸ ਵਕਤ ਦੇ ਮੁਸਲਮਾਨ ਨਵਾਬਾਂ ਤੇ ਰਈਸਾਂ ਨੂੰ ਲੁੱਟ ਕੇ ਉਹਨਾਂ ਕੋਲ ਪੈਸਾ ਖੋਹ ਕੇ ਦੂਸਰੇ ਗਰੀਬ ਸਿੱਖਾਂ ਦੇ ਅੰਦਰ ਤਕਸੀਮ ਕਰਨਾ। ਤੇ ਇਹ ਮਿਸਲਾਂ ਬਜ਼ਾਹਿਰ ਤੇ ਨਜ਼ਰ ਆਉਂਦੀਆਂ ਸੀਗੀਆਂ ਕਿ ਸਿੱਖਾਂ ਦੇ ਧਰਮ ਵਾਸਤੇ ਕੰਮ ਕਰਦੀਆਂ ਨੇ, ਲੇਕਿਨ ਇਹ ਦੂਜੇ ਬੰਨੇ ਮਜ਼ਹਬੀ ਇੰਤਸ਼ਾਰ ਦਾ ਬਾਇਸ ਬਣਦੀਆਂ ਗਈਆਂ। ਇਹ ਲੁੱਟ-ਮਾਰ ਦੀ ਲੜਾਈ ਦੇ ਵਿੱਚ ਇਸ ਮਿਸਲਾਂ ਦੇ ਇਖਤਤਾਮ ਦਾ ਮਸਲਾ ਸਭ ਤੋਂ ਸਾਹਮਣੇ ਆਇਆ, ਕਿਉਂਕਿ ਇੱਕ ਦੂਜੇ ਦੇ ਇਲਾਕੇ ਜਾ ਕੇ ਦੂਸਰੇ ਦੇ ਨਵਾਬਾਂ ਨੂੰ ਲੁੱਟਣਾ ਇਹਨਾਂ ਦਾ ਰੂਟੀਨ ਦਾ ਮਾਮਲਾ ਸੀ। ਸਰਬਸਤਾ ਖਾਲਸਾ ਦਾ ਜਿਹੜਾ 2 ਸਾਲਾ ਦੌਰ ਸੀ ਉਹ ਫਿਰ ख़त्म ਹੋ ਗਿਆ। ਇਹ ਮਿਸਲਾਂ ਫਿਰ ਆਹਿਸਤਾ ਆਹਿਸਤਾ ਮੁਖਤਲਿਫ ਸਿੱਖਾਂ ਦੇ ਵੱਡੇ ਖਾਨਦਾਨਾਂ ਜਾਂ ਕਬੀਲਿਆਂ 'ਚ ਤਕਸੀਮ ਹੋ ਗਈਆਂ ਤੇ ਉਹਨਾਂ ਨੇ ਇਹਨਾਂ ਨੂੰ ਆਪਣਾ ਨਿਸ਼ਾਨ ਬਣਾ ਲਿਆ। ਇਹ ਜਦੋਂ ਮਿਸਲਾਂ ਖਾਨਦਾਨੀ ਨਿਸ਼ਾਨਾਂ 'ਚ ਵੰਡੀਆਂ ਗਈਆਂ ਤੇ ਅੱਗੋਂ ਫਿਰ ਇਹਨਾਂ ਦੀਆਂ ਮਜ਼ੀਦ ਵੰਡੀਆਂ ਪਈਆਂ, ਜਿਨ੍ਹਾਂ 'ਚ ਇੱਕ ਭਾਈਚਾਰੇ ਦਾ ਨਿਸ਼ਾਨ ਸੀਗਾ, ਜਿਹਨੂੰ ਦੂਸਰਾ ਜਿਹੜਾ ਸੀਗਾ ਇਹਨਾਂ ਦਾ ਮਜ਼ਹਬੀ ਨਿਸ਼ਾਨ ਸੀਗਾ ਜਿਹੜਾ ਸ਼ਹੀਦਾਂ ਦਾ ਸੀ। ਭਾਈਚਾਰੇ ਤੋਂ ਮੁਰਾਦ ਜਿਹੜੇ ਗਰੀਬ ਲੋਕਾਂ ਦੀ ਮਦਦ ਕਰਨ ਵਾਲਾ ਗਰੋਹ ਸੀ ਤੇ ਸ਼ਹੀਦਾਂ ਦੀ ਮਿਸਲ ਤੋਂ ਮੁਰਾਦ ਉਹ ਐਸੀ ਮਿਸਲ ਜਿਹਦੇ ਵਿੱਚ ਇਹ ਮਜ਼ਹਬੀ ਮਾਮਲਾਤ ਦੇ ਵਿੱਚ ਉਹਨੂੰ ਇਸਤੇਮਾਲ ਕਰਦੇ। ਬਹਰਹਾਲ ਇਹ ਚੀਜ਼ਾਂ ਅੱਗੇ ਚੱਲਦੀਆਂ ਰਹੀਆਂ ਔਰ ਉਸ ਵਕਤ ਦੇ ਜਿਹੜੀਆਂ ਮਸ਼ਹੂਰ ਮਿਸਲਾਂ ਸੀਗੀਆਂ ਉਹਨਾਂ 'ਚੋਂ ਐਲੋਵਾਲਾ, ਰਾਮਗੜੀਆ, ਫਜ਼ਲਪੁਰੀਆ, ਇਹ 3 ਚੜ੍ਹਦੀਆਂ ਮਿਸਲਾਂ ਸੀ। ਜਦ ਕਿ ਇਹਨਾਂ ਤੋਂ ਬਾਅਦ ਭੰਗੋਲੀਆਂ ਦੀਆਂ ਮਿਸਲ ਜਿਹੜੀ ਕਿ ਸਭ ਤੋਂ ਜ਼ਿਆਦਾ ਆਪਣੇ ਇਖਤਿਆਰ 'ਚ ਉੱਚੇ ਚਲੇ ਗਈ ਔਰ ਇਹ ਮਾਝੇ ਦੇ ਇਲਾਕੇ 'ਚ ਮਸ਼ਹੂਰ ਸੀ। ਇਸ ਤੋਂ ਬਾਅਦ ਇਹ ਸਾਰੀਆਂ ਮਿਸਲਾਂ ਜਿਹੜੀਆਂ ਸੀ ਰਣਜੀਤ ਸਿੰਘ ਦੇ ਮਤਹਿਤ ਹੋ ਗਈਆਂ ਔਰ ਰਣਜੀਤ ਸਿੰਘ ਨੂੰ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਬਾਦਸ਼ਾਹ ਮੰਨ ਲਿੱਤਾ ਤੇ ਰਣਜੀਤ ਸਿੰਘ ਦੇ ਨਾਲ ਮਿਲ ਕੇ ਇਹ ਫਿਰ ਅੱਗੇ ਹਕੂਮਤਾਂ ਚਲਾਉਂਦੇ ਰਹੇ। ਇਹਨਾਂ 12 ਮਿਸਲਾਂ ਦੇ ਨਾਂ ਕੁਝ ਇੰਝ ਆ, ਸਭ ਤੋਂ ਇੰਨੀ ਤਰਤੀਬ ਦੇ ਵਿੱਚ ਉੱਤੇ ਥੱਲੇ ਹੋ ਸਕਦਾ ਹੈ। ਸਭ ਤੋਂ ਪਹਿਲੇ ਪੁਲਕੀਆਂ ਦੇ ਨਾਮ ਤੋਂ ਇੱਕ ਮਿਸਲ ਮਸ਼ਹੂਰ ਸੀ, ਜਿਹੜਾ ਬਾਨੀ ਫੂਲ ਸਿੰਘ ਸੀ। ਇਹ ਜੱਟ ਸਿੰਧੂ ਸੀਗੇ ਜਿਨ੍ਹਾਂ ਨੇ ਪਟਿਆਲਾ, ਨਾਭਾ ਤੇ ਫਰੀਦਕੋਟ ਦੇ ਇਲਾਕੇ ਦੇ ਉੱਤੇ ਆਪਣੀਆਂ ਕਾਰਵਾਈਆਂ ਕੀਤੀਆਂ ਸੀ। ਉਸ ਤੋਂ ਬਾਅਦ ਜਿਹੜੀ ਦੂਜੀ ਮਿਸਲ ਹੈ ਉਹ ਅਲੋਵਾਲੀਆ ਮਿਸਲ ਸੀਗੀ, ਜਿਹੜੀ ਸਾਧੂ ਸਿੰਘ ਨੇ ਬਣਾਈ ਸੀ। ਇਹ ਅਲੋਵਾਲੀਆ ਕਲਾਂ ਦੇ ਉੱਤੇ ਸੀਗੀ, ਜਿਹੜੀ ਕਪੂਰਥਲਾ ਦੇ ਇਲਾਕੇ ਦੇ ਉੱਤੇ ਆਪਣੀ ਕਾਰਵਾਈ ਕਰਦੀ ਸੀ। ਤੀਜੇ ਨੰਬਰ 'ਤੇ ਭੰਗੀ ਮਿਸਲ ਸੀਗੀ, ਜਿਹੜੀ ਛੱਜਾ ਸਿੰਘ ਨੇ ਬਣਾਈ ਸੀ ਤੇ ਇਹ ਢਿੱਲੂ ਬਰਾਦਰੀ ਦੀ ਸੀ ਤੇ ਅੰਮ੍ਰਿਤਸਰ ਦੇ ਇਲਾਕੇ ਦੇ ਉੱਤੇ ਇਹਨਾਂ ਦਾ ਰਾਜ ਸੀਗਾ। ਫਿਰ ਕਨਿਆਈ ਮਿਸਲ ਜਿਹਨੂੰ ਜੰਨੇ ਸਿੰਘ ਨੇ ਬਣਾਇਆ ਸੀ, ਇਹ ਸਿੰਧੂ ਜੱਟਾਂ ਦੀ ਸੀਗੀ। ਗੁਰਦੁਆਰਾ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਇਹਨਾਂ ਦਾ ਅੱਗੋਂ ਕਾਰੋਬਾਰ ਸੀ, ਇਹ ਉੱਥੇ ਦੇ ਆਪਣੇ ਮਸਲੇ ਮਸਾਇਲ ਚਲਾਉਂਦੇ ਸੀ। ਇਸ ਤੋਂ ਬਾਅਦ ਰਾਮਗੜੀਆ ਜਿਹਨੂੰ ਜੱਸਾ ਸਿੰਘ ਨੇ ਬਣਾਇਆ ਸੀ, ਇਹ ਹੁਸ਼ਿਆਰਪੁਰ ਤੇ ਗੁਰਦਾਸਪੁਰ ਤੇ ਜਲੰਧਰ ਤੇ ਅੰਮ੍ਰਿਤਸਰ ਦੇ ਇਲਾਕੇ ਦੇ ਉੱਤੇ ਇਹ ਆਪਣੇ ਛਾਪੇ ਮਾਰ ਕੇ ਕਾਰਵਾਈਆਂ ਕਰਦੇ ਸੀ। ਇਸ ਤੋਂ ਬਾਅਦ ਸਿੰਘਪੁਰੀਆ ਜੋ ਕਿ ਖੁਸ਼ਹਾਲ ਸਿੰਘ ਔਰ ਬੱਧੂ ਸਿੰਘ ਨੇ ਇਹਦੀ ਇਬਤਦਾ ਕੀਤੀ ਸੀ, ਵਿਰਕ ਜੱਟਾਂ ਦੀ ਗੋਦ ਦੇ ਉੱਤੇ ਸੀਗੀ, ਜਿਹੜੀ ਜਲੰਧਰ ਦੇ ਇਲਾਕੇ ਦੇ ਉੱਤੇ ਆਪਣੀ ਕਾਰਵਾਈ ਕਰਦੀ ਸੀ। ਇਹਦੇ ਵਿੱਚ ਬੇਸ਼ਤਰ ਇਲਾਕਾ ਅੰਮ੍ਰਿਤਸਰ ਦਾ ਤੇ ਨਾਲ ਸ਼ੇਖੂਪੁਰੇ ਦਾ ਵੀ ਆਂਦਾ ਸੀਗਾ। ਇਸੇ ਤਰ੍ਹਾਂ ਅਗਲੀ ਜਿਹੜੀ ਸੀਗੀ ਉਹ ਪੰਜਗੜੀਆ ਇੱਕ ਇਹਨਾਂ ਦੀ ਮਿਸਲ ਸੀਗੀ, ਜਿਹੜੀ ਕਰਵਾ ਸਿੰਘ ਨੇ ਇਹਦੀ ਇਬਤਦਾ ਰੱਖੀ ਸੀਗੀ। ਇਹ ਵੀ ਵਿਰਕ, ਢਿੱਲੂ ਤੇ ਸਿੰਧੂ ਜੱਟਾਂ ਦੇ ਉੱਤੇ ਮੁਸ਼ਤਮਿਲ ਸੀਗੀ। ਹੁਸ਼ਿਆਰਪੁਰ ਤੇ ਹਰਿਆਣੇ ਦਾ ਇਲਾਕਾ ਸੀ ਇਹਨਾਂ ਦਾ। ਇਸੇ ਤਰ੍ਹਾਂ ਨਿਸ਼ਾਨ ਵਾਲੀਆ ਮਿਸਲ ਜਿਹੜੀ ਦਸਵੰਦਰ ਸਿੰਘ ਨੇ
ਇਹਦੀ ਇਬਤਦਾ ਕੀਤੀ ਸੀ। ਇਹਦਾ ਜਿਹੜਾ ਇਲਾਕਾ ਸੀਗਾ, ਇਸ ਇਲਾਕੇ ਦੇ ਵਿੱਚ ਅੰਬਾਲਾ ਤੇ ਚੰਡੀਗੜ੍ਹ ਸ਼ਾਮਲ ਸੀ, ਜਦ ਕਿ ਸ਼ਕਰ ਚੱਕੀਆ ਜਿਹਨੂੰ ਕਿ ਚਰਤ ਸਿੰਘ ਨੇ ਇਸ ਮਿਸਲ ਦੀ ਇਬਤਦਾ ਕੀਤੀ ਸੀ ਔਰ ਇਹਦਾ ਸੰਧੂਵਾਲੀਆ ਜੱਟ ਇਹ ਸਿੰਧੂ ਜੱਟਾਂ ਦੇ ਹਵਾਲੇ ਨਾਲ ਸੀਗੀ। ਇਹ ਗੁਜਰਾਂਵਾਲੇ ਦੇ ਵਿੱਚ ਇਹਨਾਂ ਦਾ ਰਾਜ ਸੀਗਾ ਤੇ ਇਹ ਰਣਜੀਤ ਸਿੰਘ ਦੇ ਨਾਲ ਇਹਨਾਂ ਦਾ ਮੋਢਾ ਲਾਈ ਰੱਖਿਆ। ਇਸ ਤੋਂ ਬਾਅਦ ਟਿੱਲੇਵਾਲੀਆ, ਇਹ ਗੁਲਾਬ ਸਿੰਘ ਨੇ ਇਹਦੀ ਇਬਤਦਾ ਕੀਤੀ ਸੀਗੀ। ਇਹਦਾ ਜਿਹੜਾ ਇਲਾਕਾ ਸੀ ਉਹ ਲੁਧਿਆਣਾ ਤੇ ਜਲੰਧਰ ਸੀਗਾ। ਇਸੇ ਤਰ੍ਹਾਂ ਨਕਈ ਜਿਹੜਾ ਹੀਰਾ ਸਿੰਘ ਨੇ ਇਹ ਮਿਸਲ ਬਣਾਈ ਸੀਗੀ, ਇਹ ਸਿੰਧੂ ਜੱਟਾਂ ਦੇ ਉੱਤੇ ਮੁਸ਼ਤਮਿਲ ਸੀਗੀ। ਇਹ ਮੌਜੂਦਾ ਪਾਕਿਸਤਾਨ ਦਾ ਇਲਾਕਾ ਚੁਨੀਆਂ ਇਹਨਾਂ ਦੇ ਉੱਤੇ ਹੀ ਹੈ ਔਰ ਇਹ ਉਕਾੜੇ ਤੱਕ ਦਾ ਇਲਾਕਾ ਸਾਰਾ ਇਸ ਮਿਸਲ ਦੇ ਵਿੱਚ ਆਂਦਾ ਸੀਗਾ। ਇਹ ਸਰਦਾਰ ਆਰਫ ਨਕਈ ਇਸੇ ਖਾਨਦਾਨ 'ਚੋਂ ਹੀ ਹੈ। ਇਸੇ ਤਰ੍ਹਾਂ ਸ਼ਹੀਦਾਂ ਦੀ ਮਿਸਲ ਜਿਹੜੀ ਕਿ ਬਾਬਾ ਦੀਪ ਸਿੰਘ ਨੇ ਬਣਾਈ ਸੀਗੀ, ਇਹ ਸਿੰਧੂ ਤੇ ਬੇਨੀਪਾਲ ਜੱਟ ਦੇ ਉੱਤੇ ਮੁਸ਼ਤਮਿਲ ਖਾਨਦਾਨ ਇਸ ਮਿਸਲ ਦੇ ਹਿੱਸੇ ਸੀਗੇ। ਬਠਿੰਡਾ ਜ਼ਿਲ੍ਹਾ ਇਹਨਾਂ ਦਾ ਇਲਾਕਾ ਸੀਗਾ, ਇਹਨਾਂ ਦੀ ਰਾਜਗੱਦੀ ਸੀਗੀ।